2002 ਤੋਂ ਲੈ ਕੇ 2007 ਦੀ ਪਰਫਾਰਮੈਂਸ ਆ। ਲੋਕਾਂ ਨੇ 2017 ਦੇ ਵਿੱਚ ਉਹ ਕੈਪਟਨ ਦੇਖ ਕੇ ਵੋਟਾਂ ਪਾਈਆਂ ਸੀਗੀਆਂ, ਪਰ ਉਹ ਕੈਪਟਨ ਨਹੀਂ ਹੈਗਾ। ਦੇਸ਼ ਦੀ ਸਮੱਸਿਆ ਇਹ ਹੋਈ ਆ ਕਿ ਹੌਲੀ ਹੌਲੀ ਆਪਾਂ ਸਭ ਨੂੰ ਸਾਹਮਣੇ ਸਾਰਿਆਂ ਦੇ ਹੈਗਾ ਕਿ ਬੀਜੇਪੀ ਕਰ ਕੀ ਰਹੀ ਆ। ਤੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਕਿਹਾ ਸੀ, ਮੈਂ ਕਿਹਾ ਜਿਹੜਾ ਵਕਤ ਆ ਉਹ ਕਿਸੇ ਲਈ ਠਹਿਰਦਾ ਨਹੀਂ ਹੁੰਦਾ। ਅਸੀਂ ਰੀਅਲ ਪ੍ਰੋਬਲਮ ਨੂੰ ਸਮਝ ਕੇ ਉਹਨੂੰ ਫਿਕਸ ਕਰੀਏ। ਜਿਹਨੇ ਗਲਤੀ ਕੀਤੀ ਆ, ਜਿੰਨੀ ਗਲਤੀ ਹੋਈ ਆ, ਉਹਨੂੰ ਉਨੀ ਸਜ਼ਾ ਮਿਲ ਜਾਵੇ। ਬੇਸਿਕਲੀ ਸਟੇਟ ਦਾ ਤਾਂ ਇਹ ਹੀ ਰੋਲ ਹੁੰਦਾ। ਜਦੋਂ ਸਾਡੇ ਐਮਐਲਏ ਇੰਟਰਨਲ ਡੈਮੋਕ੍ਰੇਸੀ ਦੇ ਵਿੱਚ ਐਮਐਲਏ ਨੂੰ ਕਹਿਣਾ ਚਾਹੀਦਾ, ਮਿਨਿਸਟਰਸ ਨੂੰ ਕਹਿਣਾ ਚਾਹੀਦਾ ਕਿ ਸਾਡੀ ਆਹ ਪ੍ਰੋਬਲਮ ਹੈ, ਵੀ ਹੈਵ ਟੂ ਫਿਕਸ ਇਟ। ਜਦੋਂ ਅਸੀਂ ਨਹੀਂ ਇਕੱਠੇ ਹੋਵਾਂਗੇ, ਜਦੋਂ ਅਸੀਂ ਇਕੱਠੇ ਹੋ ਕੇ ਕਵਾਂਗੇ, ਤਾਂ ਫਿਰ ਹਾਈ ਕਮਾਂਡ ਕੀ ਕਰੂਗੀ? ਤਾਂ ਮੈਨੂੰ ਲੱਗਦਾ ਇੱਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ, ਕਿਉਂਕਿ ਸੀਐਮ ਇੱਕ ਸੂਬੇ ਦਾ ਫਾਦਰ ਹੁੰਦਾ, ਫਾਦਰਲੀ ਫਿਗਰ ਹੁੰਦੀ ਹੈ। ਉਹਦੇ ਨਾਲ ਮੰਨ ਲਓ ਨਵਜੋਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲੇ ਤੋਂ ਇਲੈਕਸ਼ਨ ਵੀ ਲੜ ਜਾਣ ਤੇ ਫਿਰ ਇਸ਼ੂ ਉਹ ਸੋਲਵ ਹੋ ਜਾਊਗਾ। ਮੈਨੂੰ ਲੱਗਦਾ ਵੀ ਇਹਨਾਂ ਗੱਲਾਂ 'ਚ ਤਾਂ ਸਾਨੂੰ ਪੈਣਾ ਹੀ ਨਹੀਂ ਚਾਹੀਦਾ। ਤੇ ਅਸੀਂ ਇਹ ਜਿਹੜੇ ਬੇਅਦਬੀਆਂ ਦੇ ਮੁੱਦੇ ਆ ਜਿੰਨੇ ਵੀ ਹੈਗੇ, ਅਸੀਂ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ, ਕਿਉਂਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਈਆਂ ਸੀ, ਨਾ ਕਿ ਕਾਂਗਰਸ ਨੂੰ ਵੋਟਾਂ ਪਈਆਂ ਸੀ। ਪਰ 4 ਸਾਲ ਬਾਅਦ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ। ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ, ਅਕਾਲੀ ਦਲ ਜਿਹੜਾ ਬੜਾ ਖੁਸ਼ੀਆਂ ਮਨਾ ਰਿਹਾ, ਕਾਹਦੀ ਖੁਸ਼ੀ ਮਨਾ ਰਿਹਾ? ਕਿਉਂਕਿ ਉਹਨਾਂ ਦੇ ਤਾਂ ਰਾਜ ਭਾਗ ਦੇ ਵਿੱਚ ਜਿੱਥੇ ਜਿਹੜੀ ਪੋਸ਼ਾਕ ਆ ਉਹਦਾ ਇਸ਼ੂ ਖੜਾ ਹੋਇਆ ਸੀ, ਜਿਹੜੀ ਲੇਕਿਨ ਅੱਜ ਉਹ ਖੁਸ਼ੀਆਂ ਕਾਹਦੀਆਂ ਮਨਾਉਣ ਡਏ ਆ? ਕਿਉਂਕਿ ਅਸੀਂ ਗੁਰੂਆਂ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਨਹੀਂ ਦਵਾ ਸਕੇ। ਲੇਕਿਨ ਅੱਜ ਸਾਡੀ ਵੀ ਜਿਹੜੀ ਹਾਲਤ ਆ ਉਹ ਲਗਭਗ ਉੱਥੇ ਹੀ ਖੜੀ ਆ ਕਿ 4 ਸਾਲ ਬਾਅਦ, ਕਿਉਂਕਿ ਸਾਨੂੰ ਜਦੋਂ ਮੀਟਿੰਗ 'ਚ ਜਾਂਦੇ ਆ ਟੈਕਨੀਕਲ ਗੱਲਾਂ ਸਮਝਾਉਂਦੇ ਆ, ਉਹ ਇੱਧਰ ਨੂੰ ਚਲੇ ਗਏ, ਇੱਧਰ ਨੂੰ ਚਲੇ ਗਏ, ਇੱਧਰ ਨੂੰ ਚਲੇ ਗਏ। ਮੈਂ ਕਿਹਾ ਅਸਲੀਅਤ ਇਹ ਆ ਕਿ ਮੰਨ ਲਓ ਮੈਂ ਹਾਕੀ ਦਾ ਕਪਤਾਨ ਸੀ, ਭਾਵੇਂ ਮੈਂ ਇੰਡੀਵਿਜੂਅਲੀ ਬਹੁਤ ਚੰਗਾ ਵੀ ਖੇਡਦਾ ਰਿਹਾ ਹੋਵਾਂ, ਲੇਕਿਨ ਐਜ਼ ਏ ਕੈਪਟਨ ਮੈਨੂੰ ਜ਼ਿੰਮੇਵਾਰੀ ਤਾਂ ਲੈਣੀ ਪਊਗੀ। ਜ਼ਿੰਮੇਵਾਰੀ ਕਿਹਦੀ ਆ? ਜਿਹੜੀ ਸਿੱਟ ਸੀ ਉਹ ਬੇਸਿਕਲੀ 3 ਮਹੀਨਿਆਂ ਦੇ ਵਿੱਚ ਪਬਲਿਕਲੀ ਲੜ ਪਈ, ਤੇ ਉਹਦਾ ਅਸਰ ਤਾਂ ਇਸ ਤੇ ਹੋਣਾ ਹੀ ਸੀ। ਬਾਕੀ ਤਾਂ ਕਿਉਂਕਿ ਜਿਹੜੀ ਜੱਜਮੈਂਟ ਆ ਉਹ ਤੁਸੀਂ ਸਾਰਿਆਂ ਨੇ, ਕਿਉਂਕਿ ਐਕਸਪਰਟਸ ਦੀਆਂ ਓਪੀਨੀਅਨ ਵੀ ਆਈਆਂ, ਜੱਜਮੈਂਟਸ ਵੀ ਤੁਸੀਂ ਸਾਰਿਆਂ ਨੇ ਦੇਖੀ ਆ, ਬਟ ਐਟ ਦਾ ਸੇਮ ਟਾਈਮ ਉਹਨੂੰ ਹੈਂਡਲ ਕਿਵੇਂ ਕਰਨਾ ਸੀ। ਔਰ ਕਿਉਂਕਿ ਪਿਛਲੇ 2-3 ਦਿਨ ਮੈਂ ਦੇਖ ਰਿਹਾ ਵੀ ਮਿਨਿਸਟਰਸ ਨੂੰ ਵੀ ਅਸਲੀ ਗੱਲ ਆ ਵਾਹਵਾ ਮੰਦਾ ਚੰਗਾ ਬੋਲਿਆ ਗਿਆ, ਤੇ ਮੈਂ ਕਿਹਾ ਜੀ ਮਿਨਿਸਟਰਾਂ ਨੂੰ ਤੁਸੀਂ ਬੋਲਣ ਜੋਗਾ ਰਹਿਣ ਕਿੱਥੇ ਦਿੱਤਾ? ਮਿਨਿਸਟਰਾਂ ਨੂੰ ਤੁਸੀਂ ਬੋਲਣ ਜੋਗਾ ਕਿੱਥੇ ਛੱਡਿਆ? ਕਿਉਂਕਿ ਪਬਲਿਕ ਓਪੀਨੀਅਨ ਪਰਸੈਪਸ਼ਨ ਕਾਹਦੀ ਹੁੰਦੀ ਆ? ਕਿਉਂਕਿ ਜਿੰਨੇ ਵੀ ਸਾਡੀ ਸਰਕਾਰ ਦੀ, ਕਿਉਂਕਿ ਅੱਜ ਹਾਲਾਤ ਕੀ ਆ ਕੰਟਰੀ ਦੇ, ਕਿਉਂਕਿ ਜੋ ਹਾਲਾਤ ਦਿੱਲੀ ਦੇ ਵਿੱਚ ਬੀਜੇਪੀ ਨੇ ਕੀਤੇ ਆ, ਤੇ ਉਹਨੂੰ ਇੱਕੋ ਇੱਕ ਗਲੂ ਕਰ ਸਕਦਾ ਉਹ ਹੈਗੀ ਕਾਂਗਰਸ ਪਾਰਟੀ। ਕਿਉਂਕਿ ਪੰਜਾਬ ਦਾ ਵੀ ਭਲਾ ਉਹਦੇ ਵਿੱਚ ਹੀ ਆ ਤੇ ਹਿੰਦੁਸਤਾਨ ਦਾ ਭਲਾ ਵੀ ਉਹਦੇ 'ਚ ਹੀ ਆ। ਲੇਕਿਨ ਅਸੀਂ ਹਰ ਜਿਹੜਾ ਕੇਸ ਆ ਉਹਨੂੰ ਕੋਰਟ ਦੇ ਵਿੱਚ ਲਿਜਾ ਕੇ ਤੇ ਉੱਥੇ ਜਾ ਕੇ ਕਿਤੇ ਨਾ ਕਿਤੇ ਕੰਪਰੋਮਾਈਜ਼ ਵਾਲੀ ਸਿਚੁਏਸ਼ਨ ਕ੍ਰੀਏਟ ਕਰਦੇ ਆ। ਤੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਕਿਹਾ ਸੀ, ਮੈਂ ਕਿਹਾ ਜਿਹੜਾ ਵਕਤ ਆ ਉਹ ਕਿਸੇ ਲਈ ਠਹਿਰਦਾ ਨਹੀਂ ਹੁੰਦਾ। ਅਸੀਂ ਰੀਅਲ ਪ੍ਰੋਬਲਮ ਨੂੰ ਸਮਝ ਕੇ ਉਹਨੂੰ ਫਿਕਸ ਕਰੀਏ। ਕਿਉਂਕਿ ਜਦੋਂ ਅਸੀਂ ਲੋਪਾ ਪੋਚੀ ਪਾਉਣ ਲੱਗਦੇ ਆ ਨਾ, ਆ ਹੁਣ ਆ ਮੋਦੀ ਦੀ ਬਥੇਰੀ ਲੋਪਾ ਪੋਚੀ ਹੋਈ ਤੇ ਲੋਕੀ ਧੜਾ ਧੜ ਮੰਨ ਰਹੇ ਹੈਗੇ ਆ। ਅੱਛਾ, ਉਹਨਾਂ ਦਾ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ, ਉਹਨਾਂ ਦਾ ਮੰਤਰੀ, ਉਹਨਾਂ ਦਾ ਜਿੰਨੇ ਵੀ ਉਹਨਾਂ ਦੇ ਮਿਨਿਸਟਰਸ ਹੈਗੇ ਆ। ਤੇ ਆਪਾਂ ਵੀ ਕਮ ਸੇ ਕਮ ਜੇ ਆਪਾਂ ਇੰਟਰੋਸਪੈਕਸ਼ਨ ਤਾਂ ਕਰ ਲਈਏ ਵੀ ਸਾਡੀ ਪ੍ਰੋਬਲਮ ਕਿੱਥੇ ਆ। ਜੇ ਪ੍ਰੋਬਲਮ ਹੈਗੀ ਆ ਤੇ ਉਹਦਾ ਸੋਲੂਸ਼ਨ ਵੀ ਲੱਭਿਆ ਜਾਊ। ਤੇ ਜੇ ਅਸੀਂ ਕਹਿੰਦੇ ਆ ਸਿਰਫ ਅਸੀਂ ਲੋਪਾ ਪੁੱਛੀ ਕਰਨੀ ਆ, ਪ੍ਰੋਬਲਮ ਲੱਭਣੀ ਨਹੀਂ ਹੈ, ਤੇ ਉਹ ਸਮਾਂ ਬਹੁਤਾ ਦੂਰ ਨਹੀਂ ਹੈ। ਸੋ ਇਸ ਕਰਕੇ ਇਹਦੇ ਤੇ ਬੇਸਿਕਲੀ ਇੰਟਰੋਸਪੈਕਸ਼ਨ ਕਰਕੇ ਤੇ ਇਮੀਡੀਏਟਲੀ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਆਪਾਂ ਸਖਤ ਤੋਂ ਸਖਤ ਸਜ਼ਾਵਾਂ ਦਵਾਈਏ, ਤਾਂ ਕਿ ਜਿਹੜੀ ਪਰਸੈਪਸ਼ਨ ਆ, ਕਿਉਂਕਿ ਮੈਂ ਅੱਜ ਇੱਕੋ ਹੀ ਟੌਪਿਕ ਤੇ
ਜਿਹੜੀ ਗੱਲ ਕਰਨੀ ਆ। ਔਰ ਮੈਂ ਤੁਹਾਨੂੰ ਇਹ ਵੀ ਰਿਕੁਐਸਟ ਕਰੂੰਗਾ ਕਿ ਆਪਾਂ ਹਫ਼ਤੇ 10 ਦਿਨਾਂ ਬਾਅਦ ਜ਼ਰੂਰ ਮਿਲਿਆ ਕਰਾਂਗੇ, ਕਿਉਂਕਿ ਮੈਂ 2019 ਦੇ ਵਿੱਚ ਇੱਕ ਚਿੱਠੀ ਲਿਖੀ ਸੀ ਇਹਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਕਿਉਂਕਿ ਨਾਰਮਲੀ ਤਾਂ ਪੋਲੀਟੀਸ਼ੀਅਨ ਚਲੋ ਸਟੇਟਮੈਂਟ ਦੇ ਕੇ ਵਿੱਚ ਕਈ ਕਹਿ ਵੀ ਦਿੰਦੇ ਆ ਜੀ ਮੈਂ ਤਾਂ ਇਹ ਕਿਹਾ ਹੀ ਨਹੀਂ ਜੀ, ਉਹ ਕਿਸੇ ਹੋਰ ਨੇ ਕਹਿਤਾ, ਇਦਾਂ ਹੋ ਗਿਆ, ਮੀਡੀਆ ਵਾਲਿਆਂ ਨੇ ਕਿਤੇ ਗਲਤ ਉਹਨੂੰ ਇੰਟਰਪ੍ਰੀਟੇਸ਼ਨ ਕਰ ਲਈ। ਪਰ ਮੈਂ ਇਹ ਕੰਮ ਨਹੀਂ ਕਰਦਾ, ਕਿਉਂਕਿ ਮੈਂ ਤੁਹਾਨੂੰ ਵੀ ਪਤਾ ਮੈਂ ਬਹੁਤ ਘੱਟ ਆਉਣਾ ਮੀਡੀਆ ਦੇ ਵਿੱਚ। ਲੇਕਿਨ 2019 ਦੇ ਵਿੱਚ ਮੈਂ ਇਹਨਾਂ ਨੂੰ ਚਿੱਠੀ ਲਿਖੀ ਸੀ ਔਰ ਇਹਦੇ ਵਿੱਚ ਕਿਹਾ ਸੀ ਵੀ ਆਪਾਂ ਆਹ ਚੀਜ਼ਾਂ ਕਰ ਲਈਏ, ਕਿਉਂਕਿ ਇੱਕ ਸੀਐਮ ਦੇ ਲੈਵਲ ਤੇ ਜੇ ਆਰਡੀਐਫ ਦੇ ਪੈਸੇ ਆ ਗਏ ਉਹ ਡਿਸਟ੍ਰੀਬਿਊਟ ਹੋ ਗਏ, ਜੇ ਅਸੀਂ ਗੂਠਾ ਲਾ ਲਿਆ ਉਹ ਸ਼ਹਿਰਾਂ ਨੂੰ ਦੇ ਦਿੱਤਾ, ਦਿਸ ਇਜ਼ ਨਾਟ, ਕਿਉਂਕਿ ਐਟਲੀਸਟ ਕੈਪਟਨ ਅਮਰਿੰਦਰ ਸਿੰਘ ਵਰਗੇ ਐਡਮਿਨਿਸਟ੍ਰੇਟਰ ਤੋਂ ਇਹ ਗੱਲਾਂ ਜਿਹੜੀਆਂ ਆਸ ਨਹੀਂ ਕੀਤੀਆਂ ਜਾ ਸਕਦੀਆਂ, ਲੇਕਿਨ ਜਿਹੜੀਆਂ ਹੋ ਰਹੀਆਂ। ਔਰ ਕਿਉਂਕਿ ਇਸ ਗੱਲ ਨਾਲ ਮੈਨੂੰ ਲੱਗਦਾ ਲਗਭਗ ਬਾਕੀ ਐਮਐਲਏ ਵੀ ਹੋ ਸਕਦਾ ਸਹਿਮਤ ਹੋਣਗੇ, ਜੇ ਨਹੀਂ, ਕਿਉਂਕਿ ਦੇਖੋ ਗਵਰਨਮੈਂਟ ਨੂੰ ਫਿਰ ਡਿਫੈਂਡ ਕਰਨ, ਖੁੱਲ੍ਹ ਕੇ ਡਿਫੈਂਡ ਕਰਨ, ਫਿਰ ਘੁੱਟੇ ਜਾਂ ਪਿਛਲੇ ਸਮਿਆਂ ਚੋਂ ਕਿਉਂ। ਮੈਂ ਤਾਂ ਜਿਹੜੇ ਕਹਿੰਦੇ ਵੀ ਆ ਨਾ, ਮੈਂ ਤਾਂ ਕਹਿੰਦਾ ਕਿ ਆਪਾਂ ਇਸ਼ੂ ਬੇਸ ਰੱਖੀਏ, ਆਪਾਂ ਇਸ਼ੂ ਦੇ ਪਹਿਰਾ ਦਈਏ, ਨਾ ਕਿ ਕਿਉਂਕਿ ਬੰਦੇ ਅਲਟੀਮੇਟਲੀ ਮੈਟਰ ਨਹੀਂ ਕਰਦੇ ਹੁੰਦੇ, ਮੈਟਰ ਤਾਂ ਇਸ਼ੂ ਕਰਦਾ ਕਿ ਇਸ਼ੂ ਕੀ ਹੈਗਾ, ਅਸੀਂ ਉਹਨੂੰ ਫਿਕਸ ਕਿੱਦਾਂ ਕਰਨਾ ਤੇ ਆਪਣੀ ਪਰਸੈਪਸ਼ਨ ਨੂੰ ਬੈਟਰ ਕਿਵੇਂ ਕਰਨਾ। ਸੋ ਇਸ ਕਰਕੇ ਜਿਹੜੀ ਬੇਸਿਕਲੀ 2017 ਵਾਲੀ ਇਲੈਕਸ਼ਨ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਜਿੱਤੀ ਗਈ ਸੀ, ਤੇ ਜੋ ਅੱਜ ਦੇ ਹਾਲਾਤ ਹੈਗੇ ਆ, ਮੈਂ ਤਾਂ ਇਹ ਵੀ ਸੀਐਮ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਸਰਵੇ ਕਰਵਾਉਣ ਡਏ ਆ, ਤੁਸੀਂ ਆਪਣਾ ਹੀ ਸਰਵੇ ਕਰਵਾ ਲਓ, ਤਾਂ 2017 ਦਾ ਤੇ ਹੁਣ ਆਪਣਾ ਸਰਵੇ ਕਰਵਾ ਲਓ, ਤੇ ਐਗਜ਼ੈਕਟਲੀ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਹਾਂ ਵੀ ਆਪਾਂ ਖੜੇ ਕਿੱਥੇ ਆ। ਆਪਣੀ ਸੀਟ ਦਾ ਸਰਵੇ ਦੀ ਗੱਲ ਕਰਦੇ ਹੋ ਐਜ਼ ਅ ਸੀਐਮ ਸਰਕਾਰ ਦੀ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈਗਾ, ਕਿਉਂਕਿ ਜੋ ਹਾਲਾਤ ਬਣੇ ਆ ਉਹ ਬੇਸਿਕਲੀ ਹਾਲਾਤ ਇਹੋ ਜਿਹੇ ਬੜੇ ਹੈਗੇ ਆ, ਕਿਉਂਕਿ ਹਰ ਚੀਜ਼ ਨੂੰ ਕਵਰ ਅਪ ਕਰਨਾ, ਹਰ ਚੀਜ਼ ਦੇ ਉੱਤੇ ਮਿੱਟੀ ਪਾਉਣੀ। ਸੋ ਮੈਂ ਤਾਂ ਇੰਨਾ ਹੀ ਜਿਹੜਾ ਤੁਹਾਡੇ ਮੀਡੀਅਮ ਦੇ ਥਰੂ ਤੋਂ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਕਾਂਗਰਸੀ ਵੀ ਨਾ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਕਰਦੇ ਆ, ਜਾਂ ਇਹ ਕਹਿੰਦੇ ਆ ਕਿ ਕਿਉਂਕਿ ਇਹਦੇ ਵਿੱਚ ਮੰਨ ਲਓ ਸਪੋਜ਼ ਕਿਸੇ ABC ਕਿਸੇ ਦਾ ਵੀ ਆਪਾਂ ਕਹਿ ਦਈਏ ਕਿ ਉਹ ਗਲਤ ਬੋਲਦਾ, ਉਹ ਠੀਕ ਬੋਲਦਾ, ਪਰ ਅਲਟੀਮੇਟਲੀ ਤਾਂ ਜਸਟਿਸ ਦੀ ਗੱਲ ਹੈਗੀ ਆ ਨਾ, ਜਸਟਿਸ ਮਿਲਣਾ ਚਾਹੀਦਾ। ਬਾਕੀ ਹੋਰ ਆਲੇ ਦੁਆਲੇ ਤਾਂ ਜੋ ਮਰਜ਼ੀ ਹੁੰਦਾ ਰਹੇ, ਉਹਦੇ ਕੀ ਮਾਇਨਾ ਰੱਖਦਾ। ਸੋ ਥੈਂਕ ਯੂ ਵੈਰੀ ਮਚ। ਨਵਜੋਤ ਸਿੰਘ ਸਿੱਧੂ ਵੀ ਬੜੇ ਸਵਾਲ ਚੱਕ ਰਹੇ ਆ, ਲਗਾਤਾਰ ਟਵੀਟ ਕਰ ਰਹੇ ਆ, ਕੈਪਟਨ ਅਮਰਿੰਦਰ ਸਿੰਘ ਤੇ ਵੀ ਲਗਾਤਾਰ ਵਾਰ ਕਰ ਰਹੇ ਆ, ਹੋਰ ਵੀ ਕਈ ਲੀਡਰ ਸੀਨੀਅਰ ਹੈਗੇ ਆ, ਰਵਨੀਤ ਬਿੱਟੂ ਉਹ ਵੀ ਕਹਿ ਰਿਹਾ ਬੇਅਦਬੀ। ਦੇਖੋ ਮੈਨੂੰ ਲੱਗਦਾ ਇੱਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ, ਕਿਉਂਕਿ ਸੀਐਮ ਇੱਕ ਸੂਬੇ ਦਾ ਫਾਦਰ ਹੁੰਦਾ, ਫਾਦਰਲੀ ਫਿਗਰ ਹੁੰਦੀ ਹੈ, ਉਹਦੇ ਨਾਲ ਮੰਨ ਲਓ ਨਵਜੋਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲੇ ਤੋਂ ਇਲੈਕਸ਼ਨ ਵੀ ਲੜ ਜਾਣ ਤੇ ਫਿਰ ਇਸ਼ੂ ਉਹ ਸੋਲਵ ਹੋ ਜਾਊਗਾ। ਮੈਨੂੰ ਲੱਗਦਾ ਵੀ ਇਹਨਾਂ ਗੱਲਾਂ 'ਚ ਤਾਂ ਸਾਨੂੰ ਪੈਣਾ ਹੀ ਨਹੀਂ ਚਾਹੀਦਾ, ਕਿਉਂਕਿ ਇਹ ਤਾਂ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹਦੇ 'ਚ ਮੈਨੂੰ ਨਹੀਂ ਲੱਗਦਾ ਇਹ ਤਾਂ ਕੋਈ ਛੋਟੇ ਲੈਵਲ ਦਾ ਲੀਡਰ ਕੋਈ ਇਦਾਂ ਦੀ ਗੱਲ ਕਰ ਜਾਵੇ ਤਾਂ ਕਰ ਜਾਵੇ, ਇਹੋ ਜਿਹੇ ਵੱਡੇ ਲੀਡਰ ਨੂੰ ਇਹੋ ਜਿਹੀ ਗੱਲ ਕਰਨੀ ਨਹੀਂ ਚਾਹੀਦੀ। ਤੁਸੀਂ ਇਸ ਪੂਰੇ ਮਸਲੇ 'ਚ ਆਪਣਾ ਪੱਖ ਰੱਖਿਆ, ਕੈਪਟਨ ਅਮਰਿੰਦਰ ਸਿੰਘ ਦਾ ਕੀ ਰਿਸਪੌਂਸ ਸੀ? ਵੀ ਇੱਕ ਤਾਂ ਸੀ ਵੀ ਆਪਾਂ ਗਾਂਹ ਕੀ ਕਰਨਾ ਜੀ, ਇੱਕ ਹੈਗਾ ਕਿ ਪਿਛਲੇ ਪਾਸੇ ਹੋਇਆ ਕਿ ਇਹ ਸਿਚੁਏਸ਼ਨ ਇਦਾਂ ਦੀ ਬਣੀ ਕਿਉਂ। ਜੀ ਜੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬੇਸਿਕਲੀ ਜੋ ਉੱਥੇ ਐਕਸਪਰਟਸ ਹੈਗੇ ਆ, ਕਿਉਂਕਿ 2 ਜੱਜਸ ਵੀ ਉੱਥੇ ਬੈਠੇ ਸੀਗੇ, ਬਾਕੀ ਵੀ ਹੋਰ ਲੀਗਲ ਟੀਮ ਸੀਗੀ, ਕਿ ਜੋ ਇਹਦੇ ਵਿੱਚ ਰੈਮਡੀ ਹੈਗੀ ਆ ਇਹ ਠੀਕ ਆ ਵੀ ਜਿਹੜੀ ਜਿਸ ਗੱਲ ਦੀ ਜਿਹੜਾ ਜਿਹਨੇ ਐਪਲੀਕੈਂਟ ਸੀਗਾ ਜਿਹਨੇ ਉਸ ਗੱਲ ਦੀ ਪ੍ਰੇਅਰ ਵੀ ਨਹੀਂ ਕੀਤੀ, ਉਦੋਂ ਗਾਂ ਵੀ ਇਹ ਜੱਜਮੈਂਟ ਦਿੱਤੀ ਗਈ ਹੈਗੀ ਆ, ਉਹ ਤਾਂ ਬੇਸਿਕਲੀ ਉਹ ਤਾਂ ਇੱਕ ਲੀਗਲ ਪ੍ਰੋਸੈਸ ਹੈਗਾ। ਬਟ ਐਟ ਦਾ ਸੇਮ ਟਾਈਮ ਸਾਨੂੰ ਇਮੀਡੀਏਟਲੀ ਮੈਨੂੰ ਜਿੰਨੀ ਕੁ ਗੱਲ ਸਮਝ ਹੈਗੀ ਆ, ਕਿਉਂਕਿ ਥੋੜਾ ਬਹੁਤਾ ਮੈਂ ਪੁਲਿਸ ਦੇ ਵਿੱਚ ਵੀ ਕੰਮ ਕੀਤਾ, ਕਿ ਇਹਦੇ ਵਿੱਚ ਫੇਅਰ ਇਨਵੈਸਟੀਗੇਸ਼ਨ ਕਰਕੇ ਤੇ ਸਾਨੂੰ ਇਮੀਡੀਏਟਲੀ ਦੁਬਾਰਾ ਚਲਾਨ ਜਿਹੜਾ ਆ ਔਰ ਜਿਹੜੇ ਬਾਕੀ ਇਸ਼ੂਜ਼ ਹੈਗੇ ਆ ਉਹਨੂੰ ਕਿਸੇ ਤਰ੍ਹਾਂ ਵੀ ਜਿੱਥੇ ਵੀ ਉਹ ਚੈਲੰਜ ਹੋ ਸਕਦਾ ਹੋਵੇ ਉਹਨੂੰ ਕਰਨਾ ਚਾਹੀਦਾ। ਪ੍ਰਗਟ ਜੀ, ਪਰ ਜਿਹੜੇ ਚਲਾਨ ਆਪਣੇ 3 ਸਾਲ ਲਾਤੇ, ਬਰਗਾੜੀ ਦਾ ਮੇਨ ਮਸਲਾ ਸੀ, ਉਸ ਨੂੰ ਲੈ ਕੇ ਖੱਟੜਾ ਕਮੇਟੀ ਜਿਹੜੀ ਬਣੀ ਸੀ, ਉਹਨਾਂ ਨੇ ਜਿਹੜਾ ਚਲਾਨ ਫਾਈਨਲ ਕੀਤਾ ਸੀ ਜਨਵਰੀ ਦੇ ਵਿੱਚ, ਇਸੇ ਹਾਈ ਕੋਰਟ ਨੇ ਉਸ ਚਲਾਨ ਨੂੰ ਖਾਰਜ ਕਰਤਾ ਸੀ। ਇਹ ਨਹੀਂ ਕਹਿ ਦਿੱਤਾ ਸੀ ਕਿ ਖੱਟੜਾ ਕਮੇਟੀ ਨੂੰ ਵੀ ਹਟਾਓ, ਨਵੀਂ ਕਮੇਟੀ ਚਲਾਨ ਨੂੰ ਖਾਰਜ ਨਹੀਂ ਕੀਤਾ ਸੀ, ਸਿਰਫ ਖੱਟੜੇ ਨੂੰ ਕਿਹਾ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਕਿਹਾ ਸੀ ਹਟ ਕੇ ਕਰੋ ਨਵੇਂ ਸਿਰੇ ਤੋਂ, ਤੇ ਜਿਹੜੀ CBI ਦੀ ਇਨਵੈਸਟੀਗੇਸ਼ਨ ਹੈ ਉਸ ਨੂੰ ਨਾਲ ਜੋੜ ਕੇ ਕਰੋ। ਔਰ ਉਹ ਮਾਮਲੇ ਨੂੰ ਲੈ ਕੇ ਹਜੇ ਤੱਕ ਕੈਪਟਨ ਸਰਕਾਰ 4 ਮਹੀਨੇ ਹੋ ਚੁੱਕੇ ਨੇ,
ਉਸ ਆਰਡਰ ਨੂੰ ਇਹ ਅੱਜ ਵੀ ਨਹੀਂ ਦੀ ਗਈ। ਇਹ ਅੱਜ ਵੀ ਇਹ ਗੱਲ ਹੋਈ ਆ, ਲੇਕਿਨ ਦਾ ਕੀ ਸਟੇਟਸ ਹੈ ਉਹ ਉਸਦਾ? ਬੇਸਿਕਲੀ ਚਲਾਨ ਨਹੀਂ ਡਿਸਮਿਸ ਕੀਤਾ ਗਿਆ ਸੀ, ਉਹ ਬੇਸਿਕਲੀ ਖੱਟੜੇ ਨੂੰ ਉਸ ਉਹਦੇ ਤੋਂ ਲਾਂਭੇ ਕੀਤਾ ਗਿਆ ਸੀ ਵੀ ਇਹ ਇਹਦਾ ਚੀਫ ਨਹੀਂ ਹੋਊਗਾ। ਤੇ ਜਿਹੜੀ ਬਾਕੀ, ਕਿਉਂਕਿ ਇਨਵੈਸਟੀਗੇਸ਼ਨ ਤਾਂ ਆਲਮੋਸਟ ਪੂਰੀ ਆ, ਡਾਕੂਮੈਂਟ ਸੀਬੀਆਈ ਤੋਂ ਆਉਣੇ ਸੀ, ਜਿਹੜੇ ਡਾਕੂਮੈਂਟ ਸੀਬੀਆਈ ਤੋਂ ਵਾਪਸ ਆਏ ਹੈਗੇ ਆ, ਅਲਟੀਮੇਟਲੀ ਉਹਨਾਂ ਨੂੰ ਕੋਰਲੇਟ ਕਰਕੇ ਜੋ ਵੀ ਉਹਦੇ ਵਿੱਚ ਊਣਤਾਈਆਂ ਜਾਂ ਜੋ ਵੀ ਇਹ ਪੰਜਾਬ ਪੁਲਿਸ ਉਹਦੇ ਵਿੱਚ ਕਹਿਣਾ ਚਾਹੁੰਦੀ ਆ, ਉਹਨੂੰ ਚਲਾਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਿਹੜੀ ਸਜ਼ਾ ਹੋ ਸਕੇ। ਪਰ MLA ਸਾਹਿਬ- ਪ੍ਰਗਟ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਨੇ 3 ਸਾਲ ਆ ਤੇ ਉਹਨੂੰ 2018 'ਚ ਜ਼ਿੰਮੇਵਾਰੀ ਦਿੱਤੀ ਗਈ ਸੀ, 4 ਆਫੀਸਰ ਮੈਦਾਨ ਛੱਡ ਕੇ ਭੱਜ ਗਏ। ਕੁੰਵਰ ਵਿਜੇ ਪ੍ਰਤਾਪ ਨੇ 9 ਚਲਾਨ ਪੇਸ਼ ਕੀਤੇ, 10ਵਾਂ ਉਹਨਾਂ ਕਰਨਾ ਸੀ ਲੇਕਿਨ 15 ਦਿਨ ਦੇ ਵਿੱਚ ਨਹੀਂ ਕੀਤਾ। ਉਹਨਾਂ ਚਿਰ ਨੂੰ ਹਾਈ ਕੋਰਟ ਨੇ ਰਿਪੋਰਟ ਉਹਨਾਂ ਦੀ ਇੰਟਰਨੈਸ਼ਨਲ ਲੈਵਲ ਦੀ ਖਾਰਜ ਕਰ ਦਿੱਤੀ। ਲੱਗਦਾ ਕਿ 10ਵਾਂ ਚਲਾਨ ਪੇਸ਼ ਕਰਨ ਤੋਂ ਰੋਕਿਆ ਗਿਆ, ਜਾਂ ਇਹ ਹੋ ਸਕਦਾ ਜਿਹੜਾ ਆਫੀਸਰ 3 ਸਾਲਾਂ ਦੇ ਵਿੱਚ ਜਾਂਚ ਨਹੀਂ ਕਰ ਸਕਿਆ ਪੂਰੀ, 10ਵਾਂ ਚਲਾਨ ਨਹੀਂ ਪੇਸ਼ ਕਰ ਗਿਆ, ਉਹ ਹੁਣ ਜਿਹੜੀ ਨਵੀਂ ਐਸਆਈਟੀ ਬਣੂਗੀ ਉਹ 6 ਮਹੀਨੇ 'ਚ ਕਿਵੇਂ ਰਿਪੋਰਟ ਦੇ ਦੇਗੀ? ਨਹੀਂ ਦੇਖੋ, ਗੱਲ ਬੜੀ ਕਲੀਅਰ ਹੈਗੀ ਆ ਕਿ ਉਹ ਜਿਹੜੀ ਸਿੱਟ ਸੀ, ਆਲਦੋ ਗਵਰਨਮੈਂਟ ਦੀ ਉਹਦੇ ਵਿੱਚ ਕੋਈ ਡਾਇਰੈਕਟਲੀ ਇੰਟਰਫੀਅਰੈਂਸ ਨਹੀਂ ਹੋਣੀ ਚਾਹੀਦੀ, ਬਟ ਐਟ ਦਾ ਸੇਮ ਟਾਈਮ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਜੇ ਸਿੱਟ ਦੇ 2 ਜਾਂ 3 ਮੈਂਬਰ ਜਿਹੜੇ ਆ ਉਹ ਸਿੱਟ ਤੋਂ, ਉਹ ਇਨਵੈਸਟੀਗੇਸ਼ਨ ਤੋਂ ਹੀ ਸਾਈਡ ਤੇ ਹੋ ਗਏ। ਅਲਟੀਮੇਟਲੀ ਸਮਬਡੀ ਹੈਜ਼ ਟੂ ਟੇਕ ਰਿਸਪੌਂਸਿਬਿਲਿਟੀ। ਇਹ ਤਾਂ ਨਹੀਂ ਹੈਗਾ ਕਿ ਅਸੀਂ ਉਸ ਰਿਸਪੌਂਸਿਬਿਲਿਟੀ ਤੋਂ, ਮੈਂ ਤਾਂ ਤੁਹਾਨੂੰ ਐਗਜ਼ਾਮਪਲ ਕੋਟ ਕੀਤੀ ਆ ਵੀ ਮੰਨ ਲਓ ਸਪੋਜ਼ ਮੈਂ ਇੰਡੀਵਿਜੂਅਲੀ ਚੰਗਾ ਵੀ ਖੇਡਦਾ, ਬਟ ਐਟ ਦਾ ਸੇਮ ਟਾਈਮ ਜੇ ਮੇਰੀ ਟੀਮ ਹਾਰਦੀ ਆ ਤਾਂ ਮੈਨੂੰ ਉਹਦੀ ਜ਼ਿੰਮੇਵਾਰੀ ਤਾਂ ਲੈਣੀ ਪਊਗੀ। ਇਹ ਤਾਂ ਹੈ ਨਹੀਂ ਆ ਕਿ ਮੈਂ ਕਹਾਂ ਵੀ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ। ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ, ਬੀਇੰਗ ਏ ਹੋਮ ਮਿਨਿਸਟਰ। MLA ਸਾਹਿਬ, ਤੁਹਾਨੂੰ ਲੱਗਦਾ ਕਿੱਥੇ ਨੈਗਲੀਜੈਂਸ ਹੋਇਆ, ਕਿੱਥੇ ਆ ਲੀਗਲ ਟੀਮ ਤੋਂ ਕੋਈ ਕਮੀ ਰਹਿ ਗਈ ਜਾਂ ਫਿਰ ਸਿੱਟ ਦੇ ਲੈਵਲ ਤੇ ਕੋਈ ਕਮੀ ਰਹਿ ਗਈ? ਕਿਉਂਕਿ ਇਸ ਤਰੀਕੇ ਨਾਲ ਸਿੱਟ ਦੀ ਰਿਪੋਰਟ ਹਾਈ ਕੋਰਟ 'ਚੋਂ ਖਾਰਜ ਹੋਣਾ, ਚਰਚਾਵਾਂ ਹੋਈਆਂ ਇਸ ਚੀਜ਼ ਤੇ। ਪਿਛਲੀ ਵਾਰੀ ਰਵੀ ਸਿੱਧੂ ਨੂੰ ਇਹ ਸੀ ਕੈਪਟਨ ਅਮਰਿੰਦਰ ਸਿੰਘ ਨੇ ਫੜ ਕੇ ਅੰਦਰ ਦਿੱਤਾ ਸੀ ਤੇ ਪਰਸੈਪਸ਼ਨ ਬੜੀ ਕਲੀਅਰ ਸੀ। ਜਦੋਂ ਮਾਨੀ ਨਾ ਹੋਵੇ, ਜਦੋਂ ਇਸ ਗੱਲ ਦਾ ਮਾਨੀ ਨਾ ਹੋਵੇ ਵੀ ਇਹਨੂੰ ਠੰਡੇ ਬਸਤੇ 'ਚ ਇਹਨੂੰ ਇੱਧਰ ਨੂੰ ਤੋੜ ਲਓ, ਇੱਧਰ ਨੂੰ ਤੋੜ ਲਓ, ਕਿਉਂਕਿ 4 ਸਾਲ, 4.25 ਸਾਲ ਹੋ ਗਏ ਅਸੀਂ ਲੋਕਾਂ ਦੇ ਵਿੱਚ ਜਾਣਾ, ਅਸੀਂ ਉਸ ਗੱਲ ਨੂੰ ਕਿਸ ਤਰ੍ਹਾਂ ਡਿਫੈਂਡ ਕਰਾਂਗੇ ਕਿ ਹਾਂ ਵੀ। ਔਰ ਜਿਹੜੇ ਮਿਨਿਸਟਰਸ ਹੈਗੇ ਆ, ਮਿਨਿਸਟਰਸ ਨੂੰ ਇਹ ਵੀ ਕਿਹਾ ਗਿਆ ਵੀ ਜਿਹੜਾ ਨਹੀਂ ਦਿਲ ਕਰਦਾ ਉਹ ਰਿਜ਼ਾਈਨ ਕਰ ਦੇਵੇ, ਬਟ ਮਿਨਿਸਟਰਾਂ ਕੋਲ ਡਿਫੈਂਡ ਕਰਨ ਲਈ ਉਹ ਕੀ ਕਹਿਣ ਜਾ ਕੇ ਲੋਕਾਂ ਲਈ। ਪ੍ਰਗਟ ਜੀ, ਅੱਜ ਇਹ ਗੱਲ ਹੋਈ ਹੈ ਕਿ ਡਿਫੈਂਡ ਕਿਵੇਂ ਕਰਨਾ ਹੈਗਾ, ਕਿਉਂਕਿ ਇਹ ਚਰਚਾਵਾਂ ਕੈਬਨਿਟ ਦੇ ਵਿੱਚ ਵੀ ਹੋਈਆਂ ਸੀ ਕਿ ਤੁਸੀਂ ਡਿਫੈਂਡ ਨਹੀਂ ਕਰ ਰਹੇ ਹੈਗੇ, ਵਿਰੋਧੀ ਸਵਾਲ ਖੜੇ ਕਰ ਰਹੇ ਨੇ ਤੁਹਾਡੇ ਵੱਲੋਂ, ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਤਾਂ ਹੁਣ ਕੀ ਵਿਧਾਇਕਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਡਿਫੈਂਡ ਕਿਵੇਂ ਕਰਨਾ ਹੈ? ਨਹੀਂ, ਅਸੀਂ ਬੇਸਿਕਲੀ ਦੇਖੋ, ਮੈਂ ਸਭ ਤੋਂ ਪਹਿਲੀ ਗੱਲ ਇਹ ਕਹੀ ਆ, ਅਕਾਲੀ ਦਲ ਦੀਆਂ ਬਹੁਤੀਆਂ ਖੁਸ਼ੀਆਂ ਨਾ ਮਨਾਵੇ, ਕਿਉਂਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ। ਔਰ ਮੈਂ ਉਦੋਂ ਇਹ ਗੱਲ ਇਹਨਾਂ ਨੂੰ ਕਹੀ ਵੀ ਸੀ ਭਈ ਤੁਸੀਂ ਕਿਸ ਹੈਸੀਅਤ ਦੇ ਵਿੱਚ ਜਿਹੜਾ ਇਹ ਸੌਦਾ ਸਾਧ ਹੈ, ਇਹਨੂੰ ਕਿਸ ਹੈਸੀਅਤ ਦੇ ਵਿੱਚ ਤੁਸੀਂ ਮਾਫੀਨਾਮਾ ਦੇ ਰਹੇ ਹੋ। ਤੇ ਇਹਨਾਂ ਨੇ ਉਦੋਂ ਵੀ ਮੇਰੀ ਗੱਲ, ਕਿਉਂਕਿ ਮੈਂ ਉਦੋਂ ਉੱਥੇ ਸੀਗਾ, ਮੈਂ ਇਹ ਗੱਲ ਕਹੀ ਸੀ ਕਿ ਇਹ ਤੁਸੀਂ ਇਹ ਗਲਤ ਜਿਹੜੀ ਰੀਤ ਹੈ ਇਹ ਪਾ ਰਹੇ ਹੋ ਤੇ ਇਹ 2 ਧਾਰੀ ਤਲਵਾਰ ਆ। ਤੇ ਮੈਨੂੰ ਉੱਥੇ ਕਿਹਾ ਗਿਆ ਸੀ ਵੀ ਹਾਂ ਵੀ ਤੂੰ ਤਾਂ ਨੈਗੇਟਿਵ ਗੱਲ ਕਰਦਾ। ਮੈਂ ਨੈਗੇਟਿਵ ਗੱਲ ਤਾਂ ਮੈਂ ਕਦੀ ਕਰਦਾ ਨਹੀਂ ਹੈ, ਮੈਂ ਤਾਂ ਬਹੁਤ ਘੱਟ ਗੱਲ ਕਰਦਾ। ਤੇ ਮੈਂ ਕਹਿੰਦਾ ਮੇਰੀ ਗੱਲ ਤਾਂ ਸੁਣ ਲਓ। ਮੈਂ ਹੁਣ ਵੀ ਇਹ ਗੱਲ, ਆਹ ਜਿਹੜੀ ਚਿੱਠੀ ਆ 2019 ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਸੀ, ਪਰ ਮੈਨੂੰ ਮਹੀਨਾ 1.5 ਮਹੀਨਾ ਇਹਨਾਂ ਨੇ ਟਾਈਮ ਵੀ ਨਹੀਂ ਦਿੱਤਾ। ਤੇ ਜਦੋਂ ਇਹਨਾਂ ਦੇ ਆਫਿਸ ਤੋਂ ਲੀਕ ਹੋ ਗਈ, ਫਿਰ ਮੇਰੇ ਕਹਿਣ ਦਾ ਮਤਲਬ ਆਪ ਤਾਂ ਇਹ ਇੰਡਿਸਪਲਿਨ ਕ੍ਰੀਏਟ ਕਰਦੇ ਆ। ਅੱਛਾ, ਇਹ ਕਹਿੰਦੇ ਆ ਕਿ ਤੁਸੀਂ ਪਬਲਿਕ ਦੇ ਵਿੱਚ ਨਾ ਜਾਓ, ਤੁਸੀਂ ਮੀਡੀਆ 'ਚ ਨਾ ਜਾਓ। ਅੱਜ ਵੀ ਗੱਲ ਹੋਈ ਆ, ਮੈਂ ਮੀਡੀਆ ਦੇ ਵਿੱਚ ਤੁਹਾਨੂੰ ਵੀ, ਅਦਰਵਾਈਜ਼ ਐਜ਼ ਏ ਹਾਕੀ ਪਲੇਅਰ ਤਾਂ ਤੁਸੀਂ ਮੈਨੂੰ ਲਗਭਗ ਸਾਰੇ ਆਪਾਂ ਮਿਲਦੇ ਰਹਿੰਦੇ ਆ, ਪਰ ਮੈਂ ਬਹੁਤ ਘੱਟ ਆਉਣਾ। ਇਸ ਕਰਕੇ ਆਉਣਾ ਵੀ ਯਾਰ ਹਰ ਗੱਲ ਮੀਡੀਆ 'ਚ ਨਹੀਂ ਕੀਤੀ ਜਾ ਸਕਦੀ, ਬਟ ਜਦੋਂ ਤੁਸੀਂ ਇੰਡਿਸਪਲਿਨ ਕ੍ਰੀਏਟ ਕਰੋਗੇ ਤਾਂ ਫਿਰ ਅਲਟੀਮੇਟਲੀ ਤੇ ਲੋਕੀ ਤਾਂ ਜਾਣਗੇ। MLA ਸਾਹਿਬ, ਹਮੇਸ਼ਾ 2019 ਜਿਹੜੀ ਲੈਟਰ ਲਿਖਿਆ ਜਵਾਬ ਮਿਲਿਆ ਕਿ ਨਹੀਂ, ਇਹਦੇ ਵਿੱਚ ਤਾਂ ਬੇਸਿਕਲੀ ਬਾਕੀ ਹੋਰ ਵੀ ਇਸ਼ੂ ਹੈਗੇ ਆ, Mining, ਪਾਵਰ ਪਰਚੇਜ਼ ਦਾ ਹੈਗਾ, ਮਾਈਨਿੰਗ ਦਾ ਹੈਗਾ, ਬਟ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੀ ਕੁਝ ਬਿਲਕੁਲ। ਔਰ ਮੈਂ ਅਦਰਵਾਈਜ਼ ਵੀ ਬੈਠ ਕੇ ਮੈਂ ਕਿਹਾ ਵੀ ਅਸਲੀ ਗੱਲ ਹੈ ਇਹਦੀ ਜੜ ਨੂੰ ਫੜ ਲਈਏ, ਇਹਦੀ ਜੜ ਨੂੰ ਫੜ ਕੇ ਤੇ ਆਪਾਂ ਜਿਹੜੇ ਮੈਂ ਅਸਲੀ ਗੱਲ ਹੈ, ਮੈਂ ਕੋਈ ਹਾਰਡ ਐਂਡ ਫਾਸਟ ਬਹੁਤਾ ਕਿਸੇ ਵੀ ਬੇਸਿਕਲੀ ਧਰਮ ਦੇ ਨਾਲ ਵੀ ਮੇਰਾ ਕੋਈ ਬਹੁਤ ਹਾਰਡ ਐਂਡ ਫਾਸਟ ਲਗਾ ਨਹੀਂ ਹੈ। ਮੈਂ ਕਹਿੰਦਾ ਜਿਹੜਾ ਇਨਸਾਨ ਚੰਗਾ ਹੁੰਦਾ ਉਹ ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਮੈਂ ਤਾਂ ਸਪੋਰਟਸਮੈਨ ਹਾਂ। ਲੇਕਿਨ ਐਟ ਦਾ ਸੇਮ ਟਾਈਮ ਜਿਹਨੇ ਗਲਤੀ ਕੀਤੀ ਆ, ਜਿੰਨੀ ਗਲਤੀ ਹੋਈ ਆ ਉਹਨੂੰ ਉਨੀ ਸਜ਼ਾ ਮਿਲ ਜਾਵੇ। ਬੇਸਿਕਲੀ ਸਟੇਟ ਦਾ ਤਾਂ ਇਹ ਹੀ ਰੋਲ ਹੁੰਦਾ। ਪ੍ਰਗਟ ਜੀ, ਜਿਵੇਂ ਤੁਸੀਂ ਕਿਹਾ ਕਿ 2 ਜੱਜ ਵੀ ਉੱਥੇ ਬੈਠੇ ਸੀਗੇ,
ਕਿ ਲੀਗਲ ਟੀਮ ਜੋ ਹੈ ਉਸ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਗਈ ਹੈ ਤੇ ਫਾਸਟ ਟਰੈਕ ਕੋਰਟ ਦੇ ਵਿੱਚ ਮਾਮਲਾ ਚਲਾਉਣ ਦੀ ਗੱਲ ਚੱਲ ਰਹੀ ਹੈ। ਕਾਫੀ ਵਿਧਾਇਕ ਬਾਹਰ ਆ ਕੇ ਕਹਿ ਰਹੇ ਨੇ ਕੀ ਹੁਣ ਉਹ ਤਰੀਕਾ ਹੋਏਗਾ ਜਦ ਇੰਨੇ ਟਾਈਮ 'ਚ ਨਹੀਂ ਹੋਇਆ ਤਾਂ ਹੁਣ ਕਿਵੇਂ? ਅਲਟੀਮੇਟਲੀ ਜੇ ਚੈਲੰਜ ਹੋਊਗੀ ਤਾਂ ਉਹ ਸੁਪਰੀਮ ਕੋਰਟ 'ਚ ਹੋਊਗੀ। ਉਹਦੇ ਵਿੱਚ ਫਾਸਟ ਟਰੈਕ ਤਾਂ ਕਿਉਂਕਿ ਉੱਥੇ ਵੀ ਬੇਸਿਕਲੀ ਕੋਵਿਡ ਕਰਕੇ ਲਗਭਗ ਕੋਰਟਸ ਵੀ ਸਾਰੀਆਂ ਬੰਦ ਹੈਗੀਆਂ। ਕਹਿੰਦੇ ਐਸਆਈਟੀ ਵੀ ਨਵੀਂ ਬਣਾਉਣ ਵਾਸਤੇ ਕਈ ਸਾਰੇ ਮੈਂਬਰਾਂ ਨੇ ਮਨਾ ਕਰਤਾ, ਕਈ ਸਾਰੇ ਅਫਸਰ ਕਹਿ ਰਹੇ ਕਿ ਅਸੀਂ ਇਸ ਮਸਲੇ 'ਚ ਨਹੀਂ ਪੈਣਾ ਚਾਹੁੰਦੇ, ਤਾਂ ਕਰਕੇ ਨਵੀਂ ਐਸਆਈਟੀ ਨੂੰ ਦੇਰੀ ਹੋਈ। ਬੇਸਿਕਲੀ ਐਜ਼ ਏ ਹੋਮ ਮਿਨਿਸਟਰ, ਐਜ਼ ਏ ਡੀਜੀਪੀ, ਐਜ਼ ਏ ਹੋਮ ਸੈਕਟਰੀ, ਇਹਨਾਂ ਨੂੰ ਬੇਸਿਕਲੀ ਦੇਖੋ ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿੰਦਾ, ਮੈਂ ਦੇਖੋ ਥੋੜੀ ਨੌਕਰੀ ਵੀ ਕੀਤੀ ਆ, ਮੈਂ ਕਹਿੰਦਾ ਇਨਸਾਫ ਦੇ ਦਈਏ ਆਪਾਂ। ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਫਾਹੇ ਲਾ ਦਿਓ, ਕਿਸੇ ਨੂੰ ਐ ਕਰ ਦਿਓ, ਕਿਸੇ ਨੂੰ ਐ ਕਰ ਦਿਓ। ਜਿਹਦਾ ਜਿੰਨਾ ਰੋਲ ਹੈਗਾ ਉਹਨਾਂ ਰੋਲ ਉਹਦਾ ਤੁਸੀਂ ਆਇਡੈਂਟੀਫਾਈ ਕਰਕੇ ਕਿ ਹਾਂ ਵੀ ਉਹਨੂੰ ਜਿੰਨੀ ਕੋਰਟ ਸਮਝੂਗੀ, ਉਹਦੀਆਂ ਗਵਾਹੀਆਂ ਹੋਣੀਆਂ, ਉਹਦੇ ਟ੍ਰਾਇਲ ਹੋਣੇ ਆ, ਉਹਨੂੰ ਉਨੀ ਸਜ਼ਾ ਮਿਲ ਜੂਗੀ। ਕਿਉਂਕਿ ਪੋਲੀਟੀਕਲ ਬੰਦੇ ਨੂੰ ਤਾਂ ਦੇਖੋ ਐਂਡ ਆਫ ਦਾ ਡੇ ਅਕਾਲੀ ਦਲ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਵੀ ਹਾਂ ਵੀ ਇਹ ਸਾਡੇ ਸਮੇਂ 'ਚ ਨਹੀਂ ਹੋਈ, ਔਰ ਇਹ ਅਸੀਂ ਵੀ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਅਸੀਂ 4 ਸਾਲ ਦੇ ਵਿੱਚ ਲਗਭਗ ਉੱਥੇ ਖੜੇ ਆ। ਕਿਉਂਕਿ ਰਿਐਲਿਟੀ ਸਾਨੂੰ ਫੇਸ ਕਰਨੀ ਪਊਗੀ। ਜੇ ਰਿਐਲਿਟੀ ਫੇਸ ਨਹੀਂ ਕਰਾਂਗੇ ਆ ਕਰੋਨਾ ਵਾਲਾ ਹਾਲ ਹੋਊਗਾ। ਕਿਉਂਕਿ ਲੱਗਦਾ ਕਿ ਅਗਰ 22 ਤੱਕ ਨਹੀਂ ਇਨਸਾਫ ਹੋਇਆ ਤਾਂ ਕਾਂਗਰਸ ਨੂੰ ਨੁਕਸਾਨ ਹੋਏਗਾ, ਕਿਉਂਕਿ ਕੁਝ ਲੀਡਰ ਕਹਿ ਰਹੇ ਪਿੰਡਾਂ 'ਚ ਵੜਨ ਜੋਗੇ ਨਹੀਂ ਹੈਗੇ। ਨਹੀਂ ਕਿਸਾਨ ਬੇਸਿਕਲੀ ਸਾਨੂੰ ਨੁਕਸਾਨ ਤਾਂ ਆਲਰੇਡੀ ਹੋ ਗਿਆ, ਪਰ ਇਹਦੇ ਤੋਂ ਅਸੀਂ ਕਿੱਦਾਂ ਉੱਭਰਨਾ। ਕਿਉਂਕਿ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਕਿ ਯਾਰ ਦੇਸ਼ ਦੀ ਸਮੱਸਿਆ ਇਹ ਹੋਈ ਆ ਕਿ ਹੌਲੀ ਆਪਾਂ ਸਭ ਨੂੰ ਸਾਹਮਣੇ ਸਾਰਿਆਂ ਦੇ ਹੈਗਾ ਕਿ ਬੀਜੇਪੀ ਕਰ ਕੀ ਰਹੀ ਆ, ਔਰ ਇਹਦੇ ਵਿੱਚ ਥਰੂ ਆਊਟ ਕੰਟਰੀ ਜੇ ਕੋਈ ਗਲੂ ਦਾ ਕੰਮ ਕਰ ਸਕਦੀ ਤੇ ਉਹ ਕਾਂਗਰਸ ਕਰ ਸਕਦੀ। ਇਸ ਕਰਕੇ ਸਾਡੀ ਪੰਜਾਬ ਨੂੰ ਵੀ ਬਚਾਉਣ ਦੀ ਜ਼ਰੂਰਤ ਆ ਤੇ ਸਾਨੂੰ ਹਿੰਦੁਸਤਾਨ ਨੂੰ ਵੀ ਬਚਾਉਣ ਦੀ ਜ਼ਰੂਰਤ ਹੈ। ਐਮਐਲਏ ਸਾਹਿਬ ਹਮੇਸ਼ਾ ਜਦੋਂ ਵੀ ਕੋਈ ਸੰਕਟ ਆਉਂਦਾ ਕਾਂਗਰਸ ਦੇ ਵਿੱਚ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਸਵਾਲ ਖੜੇ ਹੁੰਦੇ ਨੇ, ਲੰਚ ਡਿਪਲੋਮੈਸੀ ਕਰਕੇ, ਡਿਨਰ ਡਿਪਲੋਮੈਸੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਰ ਦਿੰਦੇ ਨੇ। ਇਸ ਵਾਰ ਵੀ ਲੱਗਦਾ ਕਿ ਇਹ ਲੰਚ ਡਿਪਲੋਮੈਸੀ, ਡਿਨਰ ਡਿਪਲੋਮੈਸੀ ਕੰਮ ਆਊਗੀ ਜਾਂ ਵਿਧਾਇਕ ਹੁਣ ਸਟੈਂਡ ਲੈ ਕੇ ਖੜਨਗੇ? ਨਹੀਂ, ਆਈ ਡੋਂਟ ਥਿੰਕ ਸੋ। ਦੇਖੋ ਜਾਂ ਤਾਂ ਜਿਹੜੇ ਵਿਧਾਇਕ ਹੈ ਜਾਂ ਜਿਹੜੇ ਮੰਤਰੀ ਹੈਗੇ ਆ ਉਹ ਓਪਨਲੀ ਕਹਿਣ ਵੀ ਠੀਕ ਹੋਇਆ ਹੈਗਾ, ਡਿਫੈਂਡ ਕਰਨ। ਮੈਂ ਕਹਿੰਦਾ ਕਿਸੇ ਬੰਦੇ ਨੂੰ ਇਸ਼ੂ ਇਹਦੇ 'ਚ ਨਾ ਬਣਾਓ। ਇਸ਼ੂ ਤਾਂ ਬੇਸਿਕਲੀ ਇਸ਼ੂ ਨੂੰ ਆਇਡੈਂਟੀਫਾਈ ਕਰਕੇ ਉਹਨੂੰ ਪਲੱਗ ਕਰੋ ਕਿ ਹਾਂ ਵੀ ਉਹਦੇ ਤੋਂ ਅਸੀਂ ਸਰਡ ਬੰਦਾ ਹੈਗਾ, ਜਿਹਨੇ ਉਹ ਗਲਤੀਆਂ ਕੀਤੀਆਂ ਉਹਨੂੰ ਐਂਡ ਆਫ ਦਾ ਡੇ ਸਜ਼ਾ ਹੋ ਜਾਵੇ। ਬੇਸਿਕਲੀ ਕਾਨੂੰਨ ਤਾਂ ਇਹ ਕਹਿੰਦਾ, ਲਾਅ ਆਫ ਦਾ ਲੈਂਡ ਤਾਂ ਇਹੀ ਕਹਿੰਦਾ। ਪ੍ਰਗਟ ਜੀ, ਇੱਕ ਵਿਧਾਇਕ ਨਾ ਬਾਹਰ ਆ ਕੇ ਇਹ ਕਹਿ ਰਹੇ ਨੇ ਕਿ ਤੁਸੀਂ 2 ਮਹੀਨਿਆਂ 'ਚ ਦੇਖੋਗੇ ਕਿ ਤਸਵੀਰ ਬਦਲ ਜੇਗੀ। ਇਹੋ ਜਿਹੀ ਕਿਹੜੀ ਜਾਦੂ ਦੀ ਛੜੀ ਹੈ ਕਿ 2 ਮਹੀਨੇ ਬਾਅਦ ਤਸਵੀਰ ਬਦਲ ਜੇਗੀ? ਕੀ ਹੈਗਾ ਉਹ? ਮੈਂ ਤਾਂ ਇਹੀ ਹੋਪ ਕਰਦਾ, ਪਰ ਮੈਂ ਜਦੋਂ ਵੀ ਕਿਤੇ ਤੁਹਾਡੇ ਨਾਲ ਪ੍ਰੈਸ ਨਾਲ ਗੱਲ ਕਰਦਾ, ਮੈਂ ਇਹ ਕਹਿੰਦਾ ਡੈਮੋਕ੍ਰੇਸੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਮੁੱਕ ਗਈ। ਇੰਟਰਨਲ ਡੈਮੋਕ੍ਰੇਸੀ ਮੈਂ ਕਿਉਂ ਕਹਿੰਦਾ? ਕਿਉਂਕਿ ਜਦੋਂ ਸਮੇਂ ਦੇ ਉੱਤੇ ਅਸੀਂ ਡਿਸਕਸ਼ਨਸ ਨਹੀਂ ਕਰਦੇ, ਸਮੇਂ ਦੇ ਉੱਤੇ ਉਹਦਾ ਸਮਾਧਾਨ ਨਹੀਂ ਸੋਚਦੇ ਵੀ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ ਤੇ ਉਹਦੇ ਇਹੋ ਜਿਹੇ ਰਿਜ਼ਲਟ ਨਿਕਲਣੇ ਆ। ਮੈਂ ਆ 2019 ਦੇ ਵਿੱਚ ਚਿੱਠੀ ਇਸ ਕਰਕੇ ਲਿਖੀ ਸੀ ਵੀ ਇਹ ਮੈਨੂੰ ਐਂ ਲੱਗਦਾ ਸੀ ਵੀ ਇਹ ਵਿਜ਼ੂਅਲਾਈਜੇਸ਼ਨ ਆ ਹੈਗੀ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਿਤੇ ਇਲੈਕਸ਼ਨਾਂ 'ਚ ਨਹੀਂ ਜਾਣਾ। ਤੇ ਜਦੋਂ ਅਸੀਂ ਇਲੈਕਸ਼ਨਾਂ 'ਚ ਜਾਵਾਂਗੇ ਅਸੀਂ ਕੀ ਕਹਿ ਕੇ ਆਏ ਸੀਗੇ, ਜਦੋਂ ਅਸੀਂ ਕੀ ਕਹਿ ਕੇ ਆਏ ਸੀ ਤਾਂ ਫਿਰ ਲੋਕਾਂ ਨੇ ਸਾਨੂੰ ਪੁੱਛਣਾ ਵੀ ਹੈਗਾ ਨਾ। ਅੱਜ ਭਾਵੇਂ ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਆ, ਆਪ ਵਾਲਾ ਕੋਈ ਫੇਸ ਵੈਲਿਊ ਹੈ ਨਹੀਂ, ਬਟ ਐਟ ਦਾ ਸੇਮ ਟਾਈਮ ਸਾਨੂੰ ਵੀ ਤਾਂ ਕੁਝ ਨਾ ਕੁਝ ਕਹਿਣਾ ਪਊਗਾ ਨਾ। ਇੱਛਾ ਸ਼ਕਤੀ ਦੀ ਘਾਟ ਹੈ ਜਾਂ ਵਜ੍ਹਾ ਕੀ ਹੈ ਪ੍ਰਗਟ ਜੀ, ਹੋ ਕਿਉਂ ਨਹੀਂ ਪਾਇਆ ਕੁਝ? ਦੇਖੋ ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਇੱਛਾ ਸ਼ਕਤੀ ਦੀ ਘਾਟ ਹੈ। ਪ੍ਰਗਟ ਜੀ, ਫਰਕ ਕੀ ਹੈਗਾ? ਵਿਧਾਇਕ ਵੀ ਇਹੀ ਮੰਗ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਇਹੀ ਬੇਅਦਬੀ ਤੇ ਗੋਲੀकांड ਜਿਹੜਾ ਮਾਮਲਾ ਉਹਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਨੇ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਝੋਲੀ ਤੱਕ ਕੱਢੀ, ਗੋਡਿਆਂ ਤੇ ਭਾਰ ਬਹਿ ਕੇ, ਤੇ ਉਸ ਚੀਜ਼ ਨੂੰ ਹੋਰ ਤਰੀਕੇ ਨਾਲ ਡਾਇਵਰਟ ਕੀਤਾ ਜਾ ਰਿਹਾ ਹੈ। ਤੇ ਫਰਕ ਕੀ ਹੈਗਾ? ਬਾਕੀ ਵਿਧਾਇਕ ਵੀ ਉਹੀ ਮੰਗ ਕਰ ਰਹੇ ਹਨ, ਜਦ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਸਾਰੇ ਟਾਰਗੇਟ ਕਰ ਰਹੇ ਨੇ। ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਬਿਲਕੁਲ ਟਾਰਗੇਟ ਨਹੀਂ ਕਰਨਾ ਚਾਹੀਦਾ, ਉਹ ਇੱਕ ਸੈਕੰਡਰੀ ਚੀਜ਼ ਹੈਗੀ ਆ। ਨਵਜੋਤ ਸਿੱਧੂ ਮੇਰਾ ਦੋਸਤ ਹੈਗਾ, ਮੈਂ ਕਦੋਂ ਕਹਿੰਦਾ ਨਹੀਂ ਹੈਗਾ, ਬਟ ਐਟ ਦਾ ਸੇਮ ਟਾਈਮ ਜੇ ਕੋਈ ਉਹ ਵੀ ਗਲਤ ਗੱਲ ਕਰਦਾ ਮੈਂ ਉਹਨੂੰ ਵੀ ਕਹਿਣਾ ਹੁੰਦਾ। ਬਟ ਐਟ ਦਾ ਸੇਮ ਟਾਈਮ ਇਹ ਨਹੀਂ ਹੈਗਾ ਕਿ ਅਸੀਂ ਮੰਨ ਲਓ ਇਹੀ ਗੱਲ ਕੱਲ ਦੀ ਰੌਲਾ ਪਈ ਜਾਂਦਾ ਵੀ ਦੇਖੋ ਜੀ ਉੱਥੋਂ ਪਟਿਆਲੇ ਤੋਂ ਨਵਜੋਤ ਸਿੱਧੂ ਵੀ ਲੜੂਗਾ। ਦੇਖੋ ਮੈਂ ਮੀਡੀਆ ਨੂੰ ਵੀ ਰਿਕੁਐਸਟ ਕਰਦਾ, ਕਈ ਵਾਰੀ ਆਪਾਂ ਵੀ ਕਈ ਵਾਰੀ ਨਾ ਕਿਸੇ ਹੋਰ ਪਾਸੇ ਨੂੰ ਤੋੜ ਲੈਂਦੇ ਆ। ਕਈ ਵਾਰੀ ਬਰੌਨੀ ਜਿਹੀਆਂ ਚੀਜ਼ਾਂ ਚੰਗੀਆਂ ਤਾਂ ਲੱਗਦੀਆਂ ਹੁੰਦੀਆਂ ਵੀ ਕੈਪਟਨ ਅਮਰਿੰਦਰ ਸਿੰਘ ਲੜੂਗਾ ਤੇ ਅਗੇਂਸਟ ਨਵਜੋਤ ਸਿੱਧੂ ਲੜੂਗਾ, ਪਰ ਉਹਦੇ ਨਾਲ ਬਰਗਾੜੀ ਦਾ ਕੋਈ ਇਨਸਾਫ ਮਿਲ ਜੂਗਾ? ਉਹਦੇ ਨਾਲ ਜੋ ਹੋਇਆ, ਬੇਅਦਬੀਆਂ ਹੋਈਆਂ, ਉਹਦਾ ਇਨਸਾਫ ਮਿਲ ਜੂਗਾ ਸਾਨੂੰ?
ਉਹਨਾਂ ਨੂੰ ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਬਿਲਕੁਲ ਉੱਦਾਂ ਦੇ ਬਰਾਉਨੀ ਪੁਆਇੰਟ ਜਿਹੜੇ ਆ ਬੇਸਿਕਲੀ ਪਬਲਿਕ ਚਾਹੁੰਦੇ ਨਹੀਂ ਚਾਹੀਦੇ। ਸਾਡਾ ਇਸ਼ੂ ਤਾਂ ਇਹ ਆ, ਅੱਛਾ ਉਹਦੇ ਤੋਂ ਬਾਅਦ ਕੌਣ ਕੀ ਕਰਦਾ, ਕੌਣ ਕੀ ਨਹੀਂ ਕਰਦਾ, ਕਿਹਦੀ ਕੀ ਪਰਫਾਰਮੈਂਸ ਆ, ਕਿਹਦੀ ਕੀ ਪਰਫਾਰਮੈਂਸ ਆ, ਤੇ ਉਹਦਾ ਆਪਣੇ ਆਪ ਹੀ ਪਤਾ ਲੱਗ ਜਾਣਾ। ਮੈਂ ਤਾਂ ਪ੍ਰੋਫੈਸ਼ਨਲ ਦੁਨੀਆ 'ਚੋਂ ਆਇਆ, ਜਿੰਨਾ ਚਿਰ ਹਾਕੀ ਠੋਕ ਵਜਾ ਕੇ ਖੇਡੀ ਆ ਉਨਾ ਚਿਰ ਹੀ ਲੋਕ ਐਕਸੈਪਟ ਕਰਦੇ ਆ, ਉਨਾ ਚਿਰ ਹੀ ਤੁਹਾਡੇ ਟੀਮਮੇਟ ਐਕਸੈਪਟ ਕਰਦੇ ਆ, ਉਨਾ ਚਿਰ ਹੀ ਹਰ ਬੰਦਾ ਐਕਸੈਪਟ ਕਰਦਾ, ਉਹਦੇ ਤੋਂ ਬਾਅਦ ਕੋਈ ਐਕਸੈਪਟ ਨਹੀਂ ਕਰਦਾ। ਇਹ ਨਹੀਂ ਹੁੰਦਾ ਕਿ ਕਿਸੇ ਨੂੰ ਲੱਗਣਾ ਘੋੜਾ ਨਹੀਂ ਚਾਹੀਦਾ। ਮਤਲਬ ਤੁਹਾਡਾ ਕੈਪਟਨ ਕਮਜ਼ੋਰ ਹੋ ਗਿਆ। ਮੈਂ ਕਦੋਂ ਨਹੀਂ ਕਹਿੰਦਾ, ਕਿਉਂਕਿ ਜਿਹੜੀ 4.25 ਸਾਲ ਦੀ ਕਾਰਗੁਜ਼ਾਰੀ ਆ, ਜਿਹੜੀ 2002 ਤੋਂ ਲੈ ਕੇ 2007 ਦੀ ਪਰਫਾਰਮੈਂਸ ਆ, ਲੋਕਾਂ ਨੇ 2017 ਦੇ ਵਿੱਚ ਉਹ ਕੈਪਟਨ ਦੇਖ ਕੇ ਵੋਟਾਂ ਪਾਈਆਂ ਸੀਗੀਆਂ, ਪਰ ਉਹ ਕੈਪਟਨ ਨਹੀਂ ਹੈਗਾ। ਪ੍ਰਗਟ ਜੀ, ਜਿਵੇਂ SYL ਦਾ ਮਾਮਲਾ ਥੋੜਾ ਪਿੱਛੇ ਜਾਈਏ ਤਾਂ ਇੰਨੀ ਲੰਬੇ ਟਾਈਮ ਤੋਂ ਜਿਹੜਾ ਉਹ ਲਟਕਿਆ ਹੋਇਆ, ਇਸੇ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ ਕਿ ਬੇਅਦਬੀ ਜਾਂ ਫਿਰ ਜਿਹੜਾ ਬਰਗਾੜੀ ਕਾਂਡ ਜਾਂ ਜਿਹੜੇ ਮਾਮਲੇ ਨੇ ਖਾਸ ਕਰਕੇ ਉਹ ਵੀ ਇਸ ਤਰੀਕੇ ਨਾਲ ਇੱਕ ਪੋਲੀਟੀਕਲ ਇਸ਼ੂ ਸ਼ਾਇਦ ਚੋਣਾਂ ਦੇ ਦਿਨਾਂ ਦੀ ਬਣ ਕੇ ਰਹਿ ਜਾਣਗੇ? ਮੈਂ ਕਹਿੰਦਾ ਲੀਗਲ ਪ੍ਰੋਬਲਮ ਹੋ ਜਵੇ ਤਾਂ ਅਲੱਗ ਗੱਲ ਹੈ, ਬਟ ਸਾਨੂੰ ਐਫਰਟਸ ਦੂਰੋਂ ਕੀ ਲੱਗਦੇ ਆ? ਦੂਰੋਂ ਇਹ ਲੱਗਦਾ ਸਾਨੂੰ ਹਰ ਬੰਦਾ ਪਿੰਡਾਂ ਦੇ ਵਿੱਚ ਇਹ ਕਹਿੰਦਾ ਵੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਰਲੇ ਹੋਏ। ਸਾਨੂੰ ਲੋਕੀ ਕੁਐਸਚਨ ਕਰਦੇ ਆ, ਪਰਸੈਪਸ਼ਨ ਤੋੜਨੀ ਕਿਹਨੇ ਆ? ਪਰਸੈਪਸ਼ਨ ਤਾਂ ਇਹਨਾਂ ਨੇ ਤੋੜਨੀ ਹੈ, ਸਰਕਾਰ ਨੇ ਤੋੜਨੀ ਹੈ। ਅਸੀਂ ਲੋਕਾਂ 'ਚ ਅਸੀਂ ਮੰਨ ਲਓ ਕਹਿਣਾ ਵੀ ਹੋਵੇ ਤਾਂ ਅਸੀਂ ਕੀ ਕਹੀਏ? ਅੱਛਾ, ਤੁਹਾਨੂੰ ਲੱਗਦਾ ਕਿ ਪ੍ਰਗਟ ਸਿੰਘ ਵੀ ਨੂੰ ਡਰ ਸਤਾ ਰਿਹਾ ਹੈਗਾ ਕਿ ਜਿਹੜਾ 2017 ਚ ਅਕਾਲੀ ਦਲ ਨੂੰ ਆਪੋਜੀਸ਼ਨ ਦਾ ਅਹੁਦਾ ਵੀ ਨਹੀਂ ਮਿਲਿਆ, ਕਿ ਤਾਂ ਉਹੋ ਹੀ ਹਾਲ ਤੁਹਾਡਾ ਨਾ 2022 ਦੇ ਵਿੱਚ ਹੋ ਜਾਵੇ ਸਰ? ਕਾਂਗਰਸ ਦੇਖੋ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਬਟ ਐਟ ਦਾ ਸੇਮ ਟਾਈਮ ਮੈਨੂੰ ਐਂ ਲੱਗਦਾ ਹੁੰਦਾ ਕਿ ਜੋ ਤੁਸੀਂ ਬੈਸਟ ਪੋਸੀਬਲ ਕਰ ਸਕਦੇ ਹੋ ਉਹ ਕਰਨਾ ਚਾਹੀਦਾ, ਬਾਕੀ ਲੋਕਾਂ ਤੇ ਛੱਡ ਦੇਣਾ ਚਾਹੀਦਾ, ਕਿਉਂਕਿ ਅਲਟੀਮੇਟਲੀ ਤਾਂ ਲੋਕਾਂ ਦੀ ਕਚਹਿਰੀ 'ਚ ਜਾਣਾ ਕਿ ਲੋਕ ਕੀ ਸੋਚਦੇ ਆ। ਜੋ ਤੁਸੀਂ ਕਰ ਸਕਦੇ ਆ, ਮੈਂ ਨਹੀਂ ਕਹਿੰਦਾ, ਕਈ ਵਾਰੀ ਕੀ ਹੁੰਦਾ, ਕਈ ਵਾਰੀ ਇਹ ਵੀ ਹੁੰਦਾ ਕਿ ਸਾਡੇ ਕੋਲ ਮੰਨ ਲਓ ਫਾਈਨੈਂਸ਼ੀਅਲੀ ਸੋਰਸਸ ਉਹਨੇ ਨਹੀਂ ਹੈਗੇ, ਪਰ ਜਿਹੜੀ ਚੀਜ਼ ਕਰ ਸਕਦੇ ਉਹ ਤਾਂ ਕਰ ਲਈਏ ਨਾ। ਜਿਹੜਾ ਬੈਸਟ ਬ੍ਰੇਨ ਸੀ ਸਾਡੇ ਕੋਲ, ਕੈਪਟਨ ਅਮਰਿੰਦਰ ਸਿੰਘ ਬੇਸਿਕਲੀ ਵਧੀਆ ਬ੍ਰੇਨ ਪੰਜਾਬ ਦੇ ਵਿੱਚ ਹੈਗਾ, ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਆਪਣੀ ਲਾਸਟ ਪਾਰੀ ਖੇਡ ਸਕਦਾ ਸੀ, ਬਟ ਐਟ ਦਾ ਸੇਮ ਟਾਈਮ ਨਹੀਂ ਖੇਡਿਆ। ਨਹੀਂ, ਉਹ ਤਾਂ 2022 ਚ ਵੀ ਤਿਆਰੀ ਕਰਕੇ ਬੈਠੇ। ਚਲੋ 22 ਦੀ ਤਿਆਰੀ ਉਹ ਅਲੱਗ ਗੱਲ ਹੈਗੀ, ਉਹ ਚ ਜਦੋਂ ਸਮਾਂ ਆਊਗਾ ਉਦੋਂ ਦੇਖੋ। ਪਰ ਫਿਰ ਜੀ ਜਿਹੜੀ ਅਸਤੀਫੇ ਦੇਣੇ ਪਏ ਆ ਜਾਖੜ ਸਾਹਿਬ ਨੂੰ ਵੀ ਰੰਧਾਵਾ ਸਾਨੂੰ ਇਹ ਨੀਤੀ ਤੇ ਸ਼ੱਕ ਹੈਗਾ ਜਾਂ ਆਸ ਘੱਟ ਨਜ਼ਰ ਆਉਂਦੀ ਆ? ਦੇਖੋ ਉਹ ਤਾਂ ਅੰਦਰ ਜੋ ਹੋਇਆ ਹੋਊਗਾ, ਕਿਉਂਕਿ ਕੈਬਨਿਟ ਦੇ ਵਿੱਚ ਹੋਇਆ ਹੋਊਗਾ, ਉਹਦੇ ਬਾਰੇ ਮੈਨੂੰ ਬਹੁਤ ਜ਼ਿਆਦਾ ਨਹੀਂ ਪਤਾ, ਬਟ ਐਟ ਦਾ ਸੇਮ ਟਾਈਮ ਅਸੀਂ ਪਰਫਾਰਮੈਂਸ ਬੇਸਿਕਲੀ ਮੈਨੂੰ ਤਾਂ ਐਂ ਵੀ ਲੱਗਦਾ ਹੁੰਦਾ। ਦੇਖੋ ਜੇ ਸਾਡੇ MLA ਕੋਈ ਮਾੜਾ ਕੰਮ ਕਰਦੇ ਆ, ਮੈਂ ਤਾਂ ਇੱਕ ਵਾਰੀ ਇਹ ਵੀ ਕਿਹਾ ਆਇਆ ਸੀ ਜਦੋਂ ਆ ਚਿੱਠੀ ਤੇ ਡਿਸਕਸ਼ਨ ਕਰਨਾ ਗਿਆ ਸੀ ਨਾ, ਤੇ ਮੈਂ ਤਾਂ ਇਹ ਵੀ ਕਿਹਾ ਆਇਆ ਸੀ ਵੀ ਜੇ ਸਾਡੇ 2-4 MLA ਜੇ ਮਾੜੇ ਹੈਗੇ ਆ, ਜੇ ਕੋਈ ਰੇਤਾ ਵੇਚਦੇ ਆ, ਕੋਈ ਮਾੜਾ ਕੰਮ ਕਰਦੇ, ਠੋਕ ਦਿਓ। ਕੌਣ ਕਹਿੰਦਾ ਨਾ ਠੋਕੋ? ਐਂਡ ਆਫ ਦਾ ਡੇ ਤਾਂ ਤੁਸੀਂ ਪਰਫਾਰਮੈਂਸ ਜਿਹੜੀ ਹੈਗੀ ਆ, ਐਂਡ ਪਰਫਾਰਮੈਂਸ ਦੇ ਵਿੱਚ ਜੇ ਤੁਸੀਂ ਕਹੋ ਵੀ ਮੈਂ ਉਹਨੂੰ ਵੀ ਕੁਝ ਨਹੀਂ ਕਹਿਣਾ, ਮੈਂ ਉਹਨੂੰ ਵੀ ਕੁਝ ਨਹੀਂ ਕਹਿਣਾ, ਮੈਂ ਉਹਨੂੰ ਵੀ ਕੁਝ ਨਹੀਂ ਕਹਿਣਾ, ਤੇ ਫਿਰ ਇਦਾਂ ਦਾ ਹੋਣਾ ਹੀ ਨਹੀਂ। ਮਤਲਬ ਰੇਤੇ ਵਾਲਾ ਕੰਮ ਚੱਲਦਾ ਰਿਹਾ ਤੁਹਾਡੀ ਨਜ਼ਰ? ਨਹੀਂ, ਰੇਤੇ ਵਾਲਾ ਹੁਣ 4 ਸਾਲਾਂ ਬਾਅਦ ਅਸੀਂ ਇੱਕ ਬੋਰਡ ਬਣਾਤਾ, ਤੇ ਫਿਰ ਬੋਰਡ ਬਣਾਉਣਾ ਕਾਹਦੇ ਲਈ ਸੀਗੀ? ਕਈ ਵਾਰੀ ਉਹ ਐਡਮਿਟੈਂਸੀ ਹੁੰਦੀ ਆ ਸਾਨੂੰ। ਕਿਹੜੇ 2-3 MLA ਕਿਹੜੇ? ਤੇ ਜਿਹੜੇ ਮਰਜ਼ੀ ਹੁਣ ਮੈਂ ਤਾਂ ਪ੍ਰਗਟ ਸਿੰਘ ਜੀ, ਲੱਗਦਾ ਕਿ ਹਾਈ ਕਮਾਂਡ ਨੂੰ ਇੰਟਰਵੀਨ ਕਰਨਾ ਚਾਹੀਦਾ ਹੁਣ, ਜਿਸ ਤਰ੍ਹਾਂ ਜਾਂ ਹਾਈ ਕਮਾਂਡ ਦਾ ਗੱਲ ਪਹੁੰਚ ਚੁੱਕੀ ਹੈ ਜੀ, ਇਹ ਜਿਹੜਾ ਪਵਾੜਾ ਪਿਆ? ਹਾਈ ਕਮਾਂਡ ਦਾ ਕੀ ਕਸੂਰ ਹੈ? ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਈ। ਜਦੋਂ ਸਾਡੇ MLA ਇੰਟਰਨਲ ਡੈਮੋਕ੍ਰੇਸੀ ਦੇ ਵਿੱਚ MLA ਨੂੰ ਕਹਿਣਾ ਚਾਹੀਦਾ, ਮਿਨਿਸਟਰਸ ਨੂੰ ਕਹਿਣਾ ਚਾਹੀਦਾ ਕਿ ਸਾਡੀ ਆਹ ਪ੍ਰੋਬਲਮ ਹੈ, ਵੀ ਹੈਵ ਟੂ ਫਿਕਸ ਇਟ ਅਪ। ਜਦੋਂ ਅਸੀਂ ਨਹੀਂ ਇਕੱਠੇ ਹੋਵਾਂਗੇ, ਜਦੋਂ ਅਸੀਂ ਇਕੱਠੇ ਹੋ ਕੇ ਕਵਾਂਗੇ, ਤਾਂ ਫਿਰ ਹਾਈ ਕਮਾਂਡ ਕੀ ਕਰੂਗੀ? ਠੀਕ ਹੈ, ਸਾਰਿਆਂ ਨੇ ਤੇ ਰੈਗੂਲਰ ਬੇਲ ਲੈ ਲਈ ਜੀ, ਜਿਹੜੇ ਇਸ ਮਸਲੇ ਦੇ ਵਿੱਚ, ਚਾਹੇ ਗੋਲੀ ਕਾਂਡ ਹੋਵੇ, ਚਾਹੇ ਕੋਟਕਪੁਰਾ, ਚਾਹੇ ਬਹਿਬਲ ਕਲਾਂ, ਸਰਕਾਰ ਤੁਹਾਡੀ ਚਿਰਨਾ ਜਿਗਰਾ ਹੈਗਾ ਕਿ ਉਹਨਾਂ ਨੂੰ ਫੜ ਲੈਣਗੇ। ਮੈਂ ਕਹਿੰਦਾ ਬੇਲ, ਚਲੋ ਬੇਲਾਂ ਹੁੰਦੀਆਂ ਹੀ ਆ, 302 ਦੇ ਕੇਸਾਂ 'ਚ ਵੀ ਬੇਲਾਂ ਹੁੰਦੀਆਂ, ਬਟ ਐਟ ਦਾ ਸੇਮ ਟਾਈਮ ਉਹਨੂੰ ਲਾਅ ਦੇ ਦਾਇਰੇ 'ਚ ਲਿਆ ਕੇ ਤਾਂ ਉਹਦਾ ਟ੍ਰਾਇਲ ਕਰਾ ਕੇ ਤਾਂ ਉਹਨੂੰ ਉਹਦੀ ਬਣਦੀ ਸਜ਼ਾ ਤੱਕ ਸਰਕਾਰ ਨੂੰ ਐਫਰਟ ਕਰਨੇ ਚਾਹੀਦੇ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।